ਤੇ ਵਿਚਾਰ ਕਰਨਾ। ਗੁਰੂ ਸਾਹਿਬਾਨ ਕਹਿਣ ਲੱਗੇ, ਨਾਨਕ ਸੋਈ ਦਿਨਸ ਸੁਹਾਵੜਾ, ਨਾਨਕ ਸੋਈ ਦਿਨਸ ਸੁਹਾਵੜਾ, ਜਿਤ ਪ੍ਰਭ ਆਵੇ ਚਿਤ। ਗੁਰੂ ਸਾਹਿਬਾਨ ਕਹਿੰਦੇ ਸੋਈ ਦਿਨਸ ਸੁਹਾਵੜਾ। ਦਿਨ ਬਹੁਤ ਵੱਡਾ ਹੈ, 12 ਘੰਟਿਆਂ ਦਾ, 24 ਘੰਟਿਆਂ ਦਾ, ਬਹੁਤ ਵੱਡਾ। ਇਹਦੀ ਦਿਨ ਦੀ ਗੱਲ ਨਹੀਂ ਕੀਤੀ। ਨਾਨਕ ਸੋਈ ਦਿਨਸ ਸੁਹਾਵੜਾ, ਦਿਨ ਸਵਾਸ ਨੂੰ ਕਹਿੰਦੇ। ਸਵਾਸ ਆਇਆ ਤੇ ਦਿਨ ਚੜ੍ਹਿਆ, ਸਵਾਸ ਨਹੀਂ ਆਇਆ ਤੇ ਦਿਨ ਖਤਮ ਹੈ। ਨਾਨਕ ਸੋਈ ਦਿਨਸ ਸੁਹਾਵੜਾ, ਕਹਿੰਦੇ ਉਹ ਸਵਾਸ ਰੂਪੀ ਦਿਨ ਸੋਹਣਾ ਹੋ ਜਾਂਦਾ ਹੈ। ਕਿਹੜਾ? ਜਿਤ ਪ੍ਰਭ ਆਵੇ ਚਿੱਤ। ਜਿਸ ਸਵਾਸ ਵਿੱਚ ਸਾਨੂੰ ਪਰਮਾਤਮਾ ਚੇਤੇ ਆ ਜਾਂਦਾ ਹੈ, ਉਹ ਸਵਾਸ ਰੂਪੀ ਦਿਨ ਸੋਹਣਾ ਹੋ ਜਾਂਦਾ ਹੈ, ਸੁਪਨ ਹੋ ਜਾਂਦਾ ਉਹਦੇ ਅੰਦਰ। ਸਾਡੀ ਆਤਮਾ ਪਰਮਾਤਮਾ ਦੇ ਪਸੰਦ ਆਉਣ ਦੇ ਯੋਗ ਹੋ ਜਾਂਦੀ ਹੈ। ਕਦੋਂ? ਜਦੋਂ ਸਾਨੂੰ ਉਸ ਸਵਾਸ ਰੂਪੀ ਦਿਨ ਦੇ ਅੰਦਰ ਪਰਮਾਤਮਾ ਚੇਤੇ ਆ ਜਾਂਦਾ ਹੈ। ਜਿਤ ਦਿਨ ਵਿਸਰੇ ਪਾਰ ਬ੍ਰਹਮ, ਧਿਆਨ ਨਾਲ ਪੜ੍ਹਿਆ ਕਰੋ। ਜਿਤ ਦਿਨ ਵਿਸਰੇ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਗੁਰੂ ਸਾਹਿਬਾਨ ਕਹਿਣ ਲੱਗੇ ਜਿਸ ਸਵਾਸ ਦੇ ਅੰਦਰ ਤੁਹਾਨੂੰ ਪਰਮਾਤਮਾ ਭੁੱਲ ਜਾਂਦਾ। ਹੁਣ ਵਿਚਾਰ ਕਰਨਾ ਜ਼ਰਾ ਆਪ ਜੀ ਨੇ, ਪਰਮਾਤਮਾ ਭੁੱਲਣਾ ਕੀ ਹੈ? ਆਪ ਜੀ ਕਈ ਸੱਜਣ ਤੇ ਕਹੋਗੇ ਵੀ ਮੈਂ ਸਵੇਰੇ 1 ਵਜੇ ਉੱਠਦਾ, ਮੈਂ ਨਿਤਨੇਮ ਕਰਦਾ ਹਾਂ, ਮੈਂ ਨਿਤਨੇਮ ਕਰਕੇ ਗੁਰਦੁਆਰੇ ਜਾਣਾ ਹੈ, ਮੈਂ ਉੱਥੇ ਸੇਵਾ ਕਰਦਾ ਹੈ, ਉੱਥੇ ਕੀਰਤਨ ਸਰਵਣ ਕਰਦਾ ਹੈ, ਉੱਥੇ ਮੈਂ ਕਥਾ ਸਰਵਣ ਕਰਦਾ ਹੈ। ਕਹੋਗੇ ਨਾ ਕਿ ਉੱਥੇ ਮੈਂ ਸਭ ਕੁਝ ਕਰਦਾ, ਮੇਰਾ ਤਾਂ ਦਿਲ ਲੇਖੇ 'ਚ ਪੈ ਗਿਆ। ਕਿਉਂ? ਕਿ ਮੈਂ ਤਾਂ ਸਵੇਰ ਦਾ ਰੱਬ ਨੂੰ ਚੇਤੇ ਕਰਨ ਰਿਹਾ, ਮੈਂ ਤਾਂ 1 ਵਜੇ ਤੋਂ ਉੱਠ ਕੇ ਰੱਬ ਨੂੰ ਚੇਤੇ ਕਰਨ ਰਿਹਾ। ਪਰ ਧਿਆਨ ਦੇਣਾ, ਗੁਰੂ ਸਾਹਿਬਾਨ ਕੀ ਤਾਂ ਕੀ ਕਹਿੰਦੇ? ਕਹਿੰਦੇ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਗੁਰੂ ਸਾਹਿਬਾਨ ਸਮਝਾਉਣ ਲੱਗੇ, ਕਹਿੰਦੇ ਖਸਮ ਵਿਸਾਰ, ਖਸਮ ਤੇ ਅੰਦਰ ਹੈ, ਪਰਮਾਤਮਾ ਦੇ ਸਭ ਦੇ ਨਾਲ ਹੈ। ਘੱਟ ਘੱਟ ਮੈਂ ਹਰਜੂ ਬਸੇ ਸੰਤਨ ਕਿਉ ਪੁਕਾਰ। ਪਰਮਾਤਮਾ ਸਾਰਿਆਂ ਦੇ ਅੰਦਰ ਹੈ, ਸਾਰਿਆਂ ਦੇ ਨਾਲ ਵਸਦਾ ਹੈ। ਪਰ ਧਿਆਨ ਦੇਣਾ, ਆਪਾਂ ਗੁਰਬਾਣੀ ਪੜ੍ਹੀ ਹੈ, ਪਾਠ ਕੀਤਾ ਹੈ, ਗੁਰੂ ਘਰ ਦੀ ਸੇਵਾ ਕੀਤੀ ਹੈ। ਕਦ ਲਈ ਕੀਤੀ ਹੈ? ਪਰਮਾਤਮਾ ਨੂੰ ਯਾਦ ਕਰਨ ਲਈ ਕੀਤੀ ਹੈ। ਪਰ ਜੇ ਬਾਣੀ ਪੜ੍ਹਦੇ ਹਾਂ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਸੰਸਾਰ ਹੀ ਚੇਤੇ ਹੈ, ਸੰਸਾਰ ਦੇ ਪਦਾਰਥ ਹੀ ਚੇਤੇ ਹੈ। ਤੇ ਗੁਰੂ ਸਾਹਿਬਾਨ ਨੇ ਇਨਕਾਰ ਕਰਦੇ ਆ, ਕਹਿਣ ਲੱਗਿਆ ਗੁਰੂ ਸਾਹਿਬਾਨ ਹਰ ਇੱਕ ਚੀਜ਼ ਨੂੰ ਬੜੇ ਧਿਆਨ ਨਾਲ ਪੜ੍ਹਨਾ। ਜਿਤ ਦਿਨ ਵਿਸਰੇ ਪਾਰ ਬ੍ਰਹਮ, ਕਹਿੰਦਾ ਜਿਸ ਸਵਾਸ ਵਿੱਚ ਤੈਨੂੰ ਪਰਮਾਤਮਾ ਭੁੱਲ ਜਾਂਦਾ ਹੈ, ਤੈਨੂੰ ਯਾਦ ਨਹੀਂ ਆਉਂਦਾ। ਫਿੱਟ ਭਲੇਰੀ ਰੁੱਤ, ਕਹਿੰਦੇ ਉਹਦੀ ਰੁੱਤ ਮਿਲੀ ਤੈਨੂੰ, ਸਮਾਂ ਮਿਲਿਆ ਪਰਮਾਤਮਾ 'ਚ ਮਿਲਣ ਦਾ, ਕਹਿੰਦੇ ਉਹਨੂੰ ਲਾਹਨਤ ਆ। ਫਿੱਟ ਭਲੇਰੀ ਰੁੱਤ, ਫਿੱਟ ਕਿਹਨੂੰ ਕਹਿੰਦੇ? ਲਾਹਨਤ। ਕਹਿੰਦੇ ਉਸ ਸਮੇਂ ਨੂੰ ਲਾਹਨਤ ਆ। ਇੰਨਾ ਚੰਗਾ ਸਮਾਂ ਮਿਲਿਆ ਪਰਮਾਤਮਾ ਨੂੰ ਯਾਦ ਕਰਨ ਲਈ, ਪਰਮਾਤਮਾ 'ਚ ਲੀਨ ਹੋਣ ਲਈ, ਪਰ ਮਨਾ ਤੈਨੂੰ ਪਰਮਾਤਮਾ ਚੇਤੇ ਹੀ ਨਹੀਂ ਆਇਆ। ਕਹਿੰਦੇ ਉਹ ਰੁੱਤ ਵੀ ਭੈੜੀ ਹੈ, ਉਹ ਸਮਾਂ ਵੀ ਭੈੜਾ ਹੈ। ਕਹਿੰਦਾ ਆਪਾਂ ਮਨੁੱਖ ਜੀਵਨ ਵੀ ਵਿਅਰਥ ਹੈ ਜੇ ਤੈਨੂੰ ਗੁਰਬਾਣੀ ਪੜ੍ਹਦੇ ਹਾਂ ਪਰਮਾਤਮਾ ਦੀ ਯਾਦ ਨਹੀਂ ਆਈ। ਤੈਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਪਰਮਾਤਮਾ ਦੀ ਯਾਦ ਨਹੀਂ ਆਈ। ਤੂੰ ਵਾਹਿਗੁਰੂ ਵਾਹਿਗੁਰੂ ਕਰਦਾ, ਗੁਰਬਾਣੀ ਪੜ੍ਹਦਾ ਵੀ, ਸੰਸਾਰ ਦੇ ਪਦਾਰਥ ਯਾਦ ਰੱਖਦਾ ਹੈ, ਸੰਸਾਰ ਦੇ ਮੋਹ ਵਿੱਚ ਫਸਿਆ ਹੈ, ਸੰਸਾਰ ਦੇ ਪਦਾਰਥਾਂ ਵਿੱਚ ਖੁੱਭਿਆ ਹੈ। ਤੇ ਗੁਰੂ ਸਾਹਿਬਾਨ ਕਹਿਣ ਲੱਗੇ ਖਸਮ ਵਿਸਾਰ ਕੀਏ ਰਸ ਭੋਗ। ਕਹਿੰਦਾ ਪਰਮਾਤਮਾ ਨੂੰ ਭੁੱਲ ਕੇ, ਪਰਮਾਤਮਾ ਨੂੰ ਵਿਸਾਰ ਕੇ ਤੇ ਸੰਸਾਰ ਦੇ ਪਦਾਰਥਾਂ ਨੂੰ ਭੋਗਦਾ ਹੈ, ਸੰਸਾਰ ਦੇ ਪਦਾਰਥਾਂ 'ਚ ਵਿਚਰਦਾ ਹੈ। ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ। ਆਪ ਜੀ ਨਾ ਗੁਰਬਾਣੀ 'ਚੋਂ ਪੜ੍ਹਦੇ ਰਿਹਾ ਕਰੋ, 595 ਅੰਗ ਦੇ ਉੱਤੇ ਪੜ੍ਹਿਓ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਪਾਤਸ਼ਾਹ ਕੀ ਕਹਿੰਦੇ ਆ? ਕਹਿੰਦੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਨਾਨਕ ਔਗਣ ਜੇਤੜੇ। ਹੁਣ ਔਗਣ ਕਿਹੜੇ? ਆਪਾਂ ਕੀ ਕਹਾਂਗੇ? ਮੈਂ ਤਾਂ ਕੋਈ ਔਗਣ ਨਹੀਂ ਕੀਤਾ, ਮੈਂ ਤਾਂ ਸਵੇਰੇ ਗੁਰਦੁਆਰੇ ਸੀਗਾ, ਮੈਂ ਤਾਂ ਸਵੇਰੇ ਉੱਠ ਕੇ ਨਿਤਨੇਮ ਕਰਦਾ ਪਿਆ ਸੀ, ਮੈਂ ਤਾਂ ਸਵੇਰੇ ਵਾਹਿਗੁਰੂ ਵਾਹਿਗੁਰੂ ਕਰਦਾ ਪਿਆ ਸੀ, ਮੈਂ ਕਿਹੜਾ ਔਗਣ ਕੀਤਾ? ਮੈਂ ਤਾਂ ਕੋਈ ਔਗਣ ਨਹੀਂ ਕੀਤਾ। ਹੁਣ ਵਿਚਾਰ ਕਰਨਾ ਔਗਣ ਕੀ ਹੈ ਤੇ ਗੁਣ ਕੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਆਪਾਂ ਹੁਣੇ ਪੜ੍ਹਿਆ ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੇ ਚਿਤ। ਕਹਿੰਦੇ ਉਹ ਦਿਨ, ਉਹ ਸਵਾਸ ਸੋਹਣਾ ਹੋ ਜਾਂਦਾ ਜਿਸ ਪਰਮਾਤਮਾ ਚੇਤੇ ਆ ਜਾਵੇ। ਸਾਨੂੰ ਇਹ ਸਮਾਂ ਮਿਲਿਆ ਕਦ ਲਈ? ਭਈ ਪ੍ਰਾਪਤ ਮਾਨੁਖ ਦਿਉਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਸਮਾਂ ਨਹੀਂ ਦਿੱਤਾ, ਸਮਾਂ ਨਹੀਂ ਦਿੱਤਾ ਵੀ ਇੰਨੇ ਸਾਲ, ਇੰਨੇ ਮਹੀਨੇ, ਇੰਨੇ ਘੰਟੇ, ਇੰਨੇ ਦਿਨ, ਇੰਨੀਆਂ ਰਾਤਾਂ ਤੂੰ ਜਿੰਦਾ ਰਹੇਂਗਾ। ਸਮਾਂ ਨਹੀਂ ਦਿੱਤਾ।
ਕੀ ਕਿਹਾ ਪਾਤਸ਼ਾਹ ਨੇ? ਪਾਤਸ਼ਾਹ ਕਹਿੰਦੇ ਹਮ ਆਦਮੀ ਹਾਂ ਇੱਕਦਮੀ, ਇੱਕ ਸਵਾਸ ਦਾ ਬੰਦਾ ਹੈ ਤੂੰ, ਇੱਕ ਸਵਾਸ ਤੇਰੇ ਕੋਲ ਆ, ਅਗਲੇ ਸਵਾਸ ਦੀ ਕੋਈ ਗਰੰਟੀ ਨਹੀਂ ਹੈ। ਇਹਦਾ ਮਤਲਬ ਕੀ ਹੈ ਕਿ ਸਾਡੇ ਕੋਲ ਸਿਰਫ ਇੱਕ ਸਵਾਸ ਆ ਪਰਮਾਤਮਾ ਦੀ ਬੰਦਗੀ ਕਰਨ ਲਈ, ਇੱਕ ਸਵਾਸ ਆ ਜਨਮਾਂ ਜਨਮਾਂ ਦੀ ਲੱਗੀ ਹੋਈ ਮੈਲ ਇਸ ਮਨ ਨੂੰ ਧੋਣ ਲਈ, ਸਿਰਫ ਇੱਕ ਸਵਾਸ ਆ, ਜ਼ਿਆਦਾ ਨਹੀਂ ਹੈ। ਅਸੀਂ ਭੁਲੇਖੇ 'ਚ ਪੈ ਗਏ, ਇਹ ਬਹੁਤ ਜ਼ਿਆਦਾ ਸਵਾਸ ਆ। ਤੇ ਗੁਰੂ ਸਾਹਿਬਾਨ ਸਮਝਾਉਂਦੇ ਆ, ਕਹਿੰਦੇ ਮਨਾ ਜਿਹੜਾ ਸਵਾਸ ਤੇਰੇ ਅੰਦਰ ਆਇਆ ਨਾ, ਇਹ ਤੇਰਾ ਹੈ, ਇਹਨੂੰ ਸੰਭਾਲ, ਇਹੀ ਤੇਰੇ ਲਈ ਦਿਨ ਆ, ਇਹੀ ਤੇਰੇ ਲਈ ਸਮਾਂ ਆ, ਇਹੀ ਤੇਰੇ ਲਈ ਬਹੁਤ ਵੱਡੀ ਦਾਤ ਆ, ਵੱਡਮੁੱਲੀ ਦਾਤ ਆ ਤੇਰੇ ਕੋਲ, ਇੱਕ ਸਵਾਸ। ਕਹਿੰਦੇ ਸੰਭਾਲ ਲੈਨੂੰ, ਵਿਚਾਰ ਕਰਕੇ ਦੇਖਣਾ। ਨਾਨਕ ਸੋਈ ਦਿਨ ਸੋ ਸੁਹਾਵੜਾ, ਜਿਤ ਪ੍ਰਭ ਆਵੇ ਚਿੱਤ। ਕਹਿੰਦੇ ਉਹ ਸਵਾਸ ਰੂਪੀ ਦਿਨ ਸੋਹਣਾ ਹੋ ਜਾਂਦਾ ਜਿੱਥੇ ਤੈਨੂੰ ਪਰਮਾਤਮਾ ਚੇਤੇ ਆਉਂਦਾ ਹੈ। ਪਰ ਹੈਰਾਨਗੀ ਵਾਲੀ ਗੱਲ ਹੈ ਵੀ ਸਵਾਸ ਤੇ ਮੈਂ ਬਤੀਤ ਕਰ ਦਿੱਤਾ ਪਰ ਪਰਮਾਤਮਾ ਚੇਤੇ ਨਹੀਂ ਆਇਆ। ਗੁਰਬਾਣੀ ਤੇ ਮੈਂ ਪੜ੍ਹੀ ਹੈ, ਨਿਤਨੇਮ ਤਾਂ ਮੈਂ ਕੀਤਾ, ਗੁਰੂ ਘਰ ਮੈਂ ਗਿਆ ਹੈ, ਸੇਵਾ ਮੈਂ ਕੀਤੀ ਹੈ, ਪਰ ਪਰਮਾਤਮਾ ਚੇਤੇ ਨਹੀਂ ਆਇਆ। ਕੀ ਚੇਤੇ ਸੀ? ਸੰਸਾਰ ਚੇਤੇ ਸੀ, ਸੰਸਾਰ ਚੇਤੇ ਸੀ। ਆਪ ਜੀ ਵਿਚਾਰ ਕਰਕੇ ਦੇਖਣਾ। ਹੁਣ ਆਪਾਂ ਗੁਰੂ ਘਰ ਬੈਠੇ ਹਾਂ, ਬੇਸ਼ੱਕ ਆਪਾਂ ਗੁਰੂ ਘਰ ਬੈਠੇ ਹਾਂ, ਪਰ ਗੁਰੂ ਘਰ ਬੈਠਿਆਂ ਵੀ ਤੁਸੀਂ ਆਪਣੇ ਮਨ ਵਿੱਚ ਕੋਈ ਵੀ ਸੋਚ ਸਕਦੇ ਹੋ, ਕੋਈ ਰੁਕਾਵਟ ਨਹੀਂ ਹੈ, ਕਿਸੇ ਨੂੰ ਪਤਾ ਨਹੀਂ ਹੈ ਤੁਸੀਂ ਆਪਣੇ ਮਨ 'ਚ ਕੀ ਸੋਚਦੇ ਪਏ ਹੋ, ਤੁਹਾਡੇ ਮਨ ਦੇ ਖਿਆਲ ਕਿੱਦਾਂ ਦੇ ਨੇ, ਕਿਸੇ ਨੂੰ ਪਤਾ ਨਹੀਂ ਹੈ, ਸਿਰਫ ਤੁਹਾਨੂੰ ਪਤਾ ਹੈ। ਤੁਹਾਡੇ ਲਾਗੇ ਬੰਦਾ ਬੈਠਾ, ਤੁਸੀਂ ਉਹਦੇ ਬੜੇ ਮਾੜਾ ਸੋਚਣ ਰਹੇ ਹੋ, ਕੋਈ ਪਤਾ ਨਹੀਂ, ਕੋਈ ਪਤਾ ਨਹੀਂ। ਸੋਚੀ ਜਾਓ, ਸੋਚ ਸਕਦੇ ਤੁਸੀਂ, ਪਰ ਸਦਕੇ ਜਾਵਾਂ ਸੰਸਾਰੀ ਬੰਦੇ ਨੂੰ ਨਹੀਂ ਪਤਾ ਤੁਸੀਂ ਕਿੱਦਾਂ ਮਾੜਾ ਸੋਚਦੇ ਹੋ, ਸੰਸਾਰੀ ਬੰਦੇ ਨੂੰ ਨਹੀਂ ਪਤਾ। ਆਪ ਜੀ ਜ਼ਿੰਦਗੀ ਦੇ ਵਿਚਾਰ ਇਹ ਔਗਣ ਆ, ਕੈਸਾ ਔਗਣ ਆ ਕਿ ਅਸੀਂ ਆਪਣੇ ਮਨ ਵਿੱਚ ਸੋਚ ਪੈਦਾ ਕਰਦੇ ਹਾਂ, ਅਸੀਂ ਆਪਣੇ ਮਨ ਵਿੱਚ ਗੁਰੂ ਦੇ ਸ਼ਬਦ ਨੂੰ ਜਗ੍ਹਾ ਨਹੀਂ ਦਿੰਦੇ, ਗੁਰਬਾਣੀ ਨੂੰ ਥਾਂ ਨਹੀਂ ਦਿੰਦੇ, ਆਪਣੇ ਮਨ ਵਿੱਚ ਗੁਰਬਾਣੀ ਪੜ੍ਹਦਿਆਂ ਵੀ ਝੂਠੇ ਵਿਚਾਰਾਂ ਨੂੰ ਜਨਮ ਦੇ ਦਿੰਦੇ ਹਾਂ। ਇਹ ਔਗਣ ਹੈ। ਕਿਵੇਂ? ਆਪ ਜੀ ਦੇਖਣਾ, ਵਿਚਾਰ ਕਰਨਾ ਬੜੇ ਧਿਆਨ ਦੇ ਨਾਲ। ਆਪ ਜੀ ਦੇ ਮਨ ਵਿੱਚ ਕੁਝ ਵੀ ਹੈ, ਦੇਖਿਓ ਸੋਚ ਕਿੱਦਾਂ ਦੀ ਹੈ। ਆਪਣਾ ਆਦਮੀ ਔਰਤ ਆਪਣੀ ਔਰਤ ਬਾਰੇ ਗਲਤ ਮਨ 'ਚ ਵਿਚਾਰ ਲਿਆ ਸਕਦਾ, ਗਲਤ ਮਨ 'ਚ ਵਿਚਾਰ ਲਿਆ ਸਕਦਾ ਹੈ। ਔਰਤ ਆਦਮੀ ਬਾਰੇ ਗਲਤ ਵਿਚਾਰ ਲਿਆ ਸਕਦੀ ਹੈ। ਮੀਆਂ ਬੀਬੀ ਬੱਚਿਆਂ ਬਾਰੇ ਗਲਤ ਵਿਚਾਰ ਲਿਆ ਸਕਦੇ ਆ, ਬੱਚੇ ਮਾਂ ਪਿਓ ਬਾਰੇ ਗਲਤ ਵਿਚਾਰ ਲਿਆ ਸਕਦੇ ਆ। ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਰੋਕ ਟੋਕ ਨਹੀਂ। ਪਰ ਸਦਕੇ ਜਾਵਾਂ, ਨਾ ਬੱਚਿਆਂ ਨੂੰ ਪਤਾ ਕਿ ਪਿਤਾ ਜੀ ਮੇਰੇ ਬਾਰੇ ਇੱਦਾਂ ਸੋਚਦੇ, ਨਾ ਘਰ ਵਾਲੀ ਨੂੰ ਪਤਾ ਮੇਰਾ ਘਰ ਵਾਲਾ ਮੇਰੇ ਬਾਰੇ ਇੱਦਾਂ ਸੋਚਦਾ ਹੈ ਨਾ, ਤੇ ਨਾ ਘਰ ਵਾਲੇ ਨੂੰ ਪਤਾ ਕਿ ਮੇਰੀ ਜਨਾਨੀ ਹੋ ਕੇ ਮੇਰੇ ਬਾਰੇ ਇੱਦਾਂ ਸੋਚਦੀ, ਨਹੀਂ ਪਤਾ। ਪਰ ਸਦਕੇ ਜਾਵਾਂ ਜਿਹੜਾ ਅੰਦਰ ਬੈਠਾ ਉਹਨੂੰ ਸਭ ਦਾ ਹੀ ਪਤਾ ਵੀ ਤੁਸੀਂ ਕੀ ਸੋਚਣ ਰਹੇ ਹੋ, ਚੰਗਾ ਕਿ ਮਾੜਾ ਸੋਚਣ ਰਹੇ ਹੋ। ਜੋ ਕੁਝ ਤੁਹਾਡੀ ਜ਼ਿੰਦਗੀ 'ਚ ਵਾਪਰਦਾ ਹੈ, ਜੋ ਤੁਹਾਡੇ ਪਾਪ ਬਣਦੇ ਨੇ, ਤੁਹਾਡੀ ਸੋਚ ਤੋਂ ਬਣਦੇ ਨੇ। ਪਹਿਲਾਂ ਅੰਦਰ ਵਿਚਾਰ ਪੈਦਾ ਹੁੰਦੀ ਹੈ, ਪਹਿਲਾਂ ਸੋਚ ਪੈਦਾ ਹੁੰਦੀ ਹੈ, ਬਾਅਦ 'ਚ ਕਰਮ ਬਣਦਾ ਹੈ, ਪਹਿਲਾਂ ਸੋਚ ਬਣਦੀ ਹੈ। ਤੁਸੀਂ ਧਿਆਨ ਦਿਓ, ਸੰਸਾਰ ਦਾ ਕਾਨੂੰਨ ਮਨ ਤੱਕ ਪਹੁੰਚ ਨਹੀਂ ਕਰਦਾ, ਸੰਸਾਰ ਦਾ ਕਾਨੂੰਨ ਮਨ ਤੱਕ ਪਹੁੰਚ ਨਹੀਂ ਕਰਦਾ, ਪਰ ਪਰਮਾਤਮਾ ਦਾ ਕਾਨੂੰਨ ਮਨ ਤੱਕ ਪਹੁੰਚ ਕਰਦਾ ਹੈ। ਉਹਨੂੰ ਪਤਾ ਤੁਸੀਂ ਕੀ ਕਰ ਰਹੇ ਹੋ, ਕੀ ਸੋਚ ਰਹੇ ਹੋ, ਕੀ ਤੁਹਾਡੇ ਮਨ 'ਚ ਵਿਚਾਰ ਚੱਲਦੀ ਹੈ। ਤੁਹਾਡੀ ਵਿਚਾਰ ਦੇ ਮੁਤਾਬਕ ਤੁਹਾਨੂੰ ਸਜ਼ਾ ਮਿਲਦੀ ਹੈ, ਤੁਹਾਡੇ ਵਿਚਾਰ ਦੇ ਮੁਤਾਬਕ ਤੁਹਾਡੇ ਅਗਲੇ ਜਨਮ ਬਣਦੇ, ਜਿੱਦਾਂ ਦੀ ਵਿਚਾਰ ਹੈ। ਤੇ ਗੁਰੂ ਸਾਹਿਬਾਨ ਸਮਝਾਉਣ ਲੱਗੇ, ਕਹਿੰਦੇ ਭੋਲਿਆ ਮਨਾ ਨਾਨਕ ਔਗਣ ਜੇਤੜੇ। ਕਹਿੰਦਾ ਜਿੰਨੇ ਤੂੰ ਔਗਣ ਕਰਦਾ ਹੈ, ਜਿੰਨੇ ਮਨ ਵਿੱਚ ਵਿਚਾਰ ਪੈਦਾ ਕਰਦਾ ਹੈ, ਇਹ ਔਗਣ ਆ। ਤੇਤੇ ਗਲੀ ਜੰਜੀਰ, ਕਹਿੰਦੇ ਇਹ ਤੇਰੇ ਗਲ ਦੀ ਫਾਹੀ ਬਣ ਜਾਂਦੇ ਆ। ਜਿਹੜੇ ਮਨ 'ਚ ਤੂੰ ਵਿਚਾਰ ਪੈਦਾ ਕਰਦਾ ਨਾ, ਆਪਣੇ ਮਨ ਵਿੱਚ ਵਿਚਾਰ ਪੈਦਾ ਕਰਦਾ, ਕਦੀ ਕਿਸੇ ਦੇ ਪ੍ਰਤੀ, ਕਦੀ ਕਿਸੇ ਦੇ ਪ੍ਰਤੀ। ਕਦੀ ਜ਼ਿੰਦਗੀ 'ਚ ਇੱਕ ਗੱਲ ਯਾਦ ਰੱਖਿਓ, ਆਪਣੇ ਮਨ ਵਿੱਚ ਕਦੀ ਕਿਸੇ ਦਾ ਮਾੜਾ ਨਾ ਸੋਚਿਓ। ਇਨਸਾਨ ਕੀ ਕਹਿੰਦਾ ਹੈ? ਕਹਿੰਦਾ ਮੇਰਾ ਘਰ ਬਣੇ ਚਾਹੇ ਨਾ ਬਣੇ, ਮੇਰਾ ਘਰ ਬਣੇ ਚਾਹੇ ਨਾ ਬਣੇ, ਪਰ ਪਰਮਾਤਮਾ ਕਿਰਪਾ ਕਰ ਗੁਆਂਢੀਆਂ ਦਾ ਨਹੀਂ ਬਣਨਾ ਚਾਹੀਦਾ, ਗੁਆਂਢੀਆਂ ਦਾ ਨਹੀਂ ਬਣਨਾ ਚਾਹੀਦਾ। ਕਿਉਂਕਿ ਅਸੀਂ ਆਪਣੇ ਦੁੱਖ ਤੋਂ ਦੁਖੀ ਨਹੀਂ ਹਾਂ, ਅਸੀਂ ਦੂਜਿਆਂ ਦੇ ਸੁੱਖ ਤੋਂ ਦੁਖੀ ਹਾਂ। ਕਦੀ ਜ਼ਿੰਦਗੀ 'ਚ ਵਿਚਾਰ ਨਹੀਂ ਲਿਆਉਣੀ, ਮਨ ਵਿੱਚ ਵਿਚਾਰ ਪੈਦਾ ਕਰਨੀ ਹੈ। ਇਹ ਅਕਾਲ ਪੁਰਖ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਖਾਉਂਦੇ, ਇੱਕੋ ਗੱਲ ਸਿਖਾਉਂਦੇ ਆ। ਕਹਿੰਦੇ ਸਿੱਖ ਕੀ ਕਰੇ? ਸਿੱਖ ਨੇ ਇੱਕੋ ਚੀਜ਼ ਮੰਗਣੀ ਹੈ, ਨਾਨਕ ਨਾਮ ਚੜਾ ਤੇਰੇ ਭਾਣੇ ਸਰਬੱਤ ਦਾ ਭਲਾ, ਸਭ ਦਾ ਭਲਾ ਮੰਗਣਾ, ਫਿਰ ਆਨੰਦ ਵੇਖ। ਪਰ ਭੋਲਿਓ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਅਸੀਂ ਜ਼ੁਬਾਨ ਤੋਂ ਤੇ ਕਹਿ ਦਿੰਦੇ ਹਾਂ, ਜ਼ੁਬਾਨ ਤੋਂ ਅਸੀਂ ਉਚਾਰਨ ਕਰ ਦਿੰਦੇ ਹਾਂ ਸਭ ਦਾ ਭਲਾ ਕਰੀ, ਪਰ ਮਨ ਨਹੀਂ ਮੰਨਦਾ,
ਮਨ ਨਹੀਂ ਮੰਨਦਾ। ਮਨ ਕੀ ਕਹਿੰਦਾ? ਕਹਿੰਦਾ ਪਰਮਾਤਮਾ ਮੈਂ ਤੈਨੂੰ ਕਿਹਾ ਸਭ ਦਾ ਭਲਾ ਕਰੀ, ਪਰ ਸਦਕੇ ਜਾਵਾਂ ਆਹ ਬੰਦਾ ਤੇ ਬਹੁਤ ਮਾੜਾ ਮੇਰੇ ਲਈ, ਇਹਦਾ ਹਿਸਾਬ ਤਾਂ ਵੱਖਰਾ ਰੱਖ ਲਈ। ਨਹੀਂ ਗੁਰੂ ਪਿਆਰੋ, ਜੋ ਗੁਰੂ ਸਾਹਿਬਾਂ ਨੂੰ ਸਿਖਾਉਂਦੇ ਨੇ ਨਾ, ਆਪਾਂ ਬਿਰਤੀ ਉੱਥੇ ਲੈ ਜਾਣੀ ਹੈ। ਆਪਾਂ ਮਨ ਵਿੱਚ ਵਿਚਾਰ ਪੈਦਾ ਕਰਨੀ ਹੈ। ਕੈਸੀ ਵਿਚਾਰ ਪੈਦਾ ਕਰਨੀ ਹੈ? ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ। ਧਿਆਨ ਨਾਲ ਪੜ੍ਹਿਆ, ਅੱਖਰ ਧਿਆਨ ਨਾਲ ਪੜ੍ਹਿਆ ਕਰੋ। ਨਾਨਕ, ਫਿਰ ਨਾਮ, ਫਿਰ ਚੜ੍ਹਦੀ ਕਲਾ, ਫਿਰ ਤੇਰੇ ਬਾਣੇ, ਫਿਰ ਸਰਬੱਤ ਦਾ ਭਲਾ। 5 ਅੱਖਰ ਨੇ ਇਹ, 5 ਅੱਖਰ ਨੇ। ਕਿੱਦਾਂ 5 ਅੱਖਰ ਨੇ? ਸਭ ਤੋਂ ਪਹਿਲਾਂ ਨਾਨਕ, ਗੁਰੂ ਜੀ ਕਹਿ ਰਹੇ। ਦੂਜਾ ਕੀ ਹੈ? ਨੱਕ, ਆਪਣੇ ਨੱਕ ਦੀ ਸਾਰ ਛੱਡ ਦੇ, ਆਪਣੀ ਮੈਂ ਮਾਰ। ਜਦੋਂ ਮਨ ਦੀ ਮੈਂ ਮਾਰੇਗਾ, ਨੱਕ ਦੀ ਸਾਰ ਛੱਡ ਦੇਗਾ, ਫਿਰ ਤੇਰੇ ਅੰਦਰ ਨਾਮ ਨੇ ਟਿਕਣਾ। ਉਹਨਾਂ ਚਿਰ ਨਾਮ ਨੇ ਟਿਕਣਾ ਨਹੀਂ ਹੈ। ਨਾਨਕ ਨਾਮ। ਮਨ ਦੀ ਮੈਂ ਮਾਰੇਗਾ, ਮਨ ਦਾ ਹੰਕਾਰ ਮਰੂਗਾ, ਨੱਕ ਦੀ ਸਾਰ ਛੱਡੇਗਾ, ਆਪਾਂ ਕਹਿੰਦੇ ਸਾਡਾ ਨੱਕ ਨਹੀਂ ਰਹਿੰਦਾ। ਉੱਥੇ ਲਿਖਿਆ ਨੱਕ, ਕੋਈ ਅਣਖ ਨਹੀਂ। ਗੁਰੂ ਨਾਨਕ ਨੂੰ ਕੋਈ ਅਣਖ ਨਹੀਂ ਸੀ। ਕਹਿੰਦੇ ਕੋਈ ਅਣਖ ਨਹੀਂ, ਹਉਮੈ 'ਚ ਨਹੀਂ ਰਹਿਣਾ, ਹੰਕਾਰ ਛੱਡ। ਫਿਰ ਕਿਉਂ? ਫਿਰ ਨਾਨਕ, ਫਿਰ ਨਾਮ, ਫਿਰ ਤੇਰੇ 'ਚ ਨਾਮ ਟਿਕਣਾ ਹੈ, ਫਿਰ ਸੁੱਤ ਸ਼ਬਦ ਦਾ ਮਿਲਾਪ ਹੋਣਾ ਹੈ। ਜੇ ਤੇਰੇ 'ਚ ਹੰਕਾਰ ਰਿਹਾ ਨਾ, ਕਦੀ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੋਣਾ। ਨਾਨਕ ਨਾਮ। ਜਿਨ੍ਹਾਂ ਅੰਦਰ ਨਾਮ ਟਿਕਦਾ ਹੈ, ਜਿਨ੍ਹਾਂ ਅੰਦਰ ਸ਼ਬਦ ਟਿਕਦਾ ਹੈ, ਜਿਨ੍ਹਾਂ ਦਾ ਸੁੱਤ ਸ਼ਬਦ ਨਾਲ ਮਿਲਾਪ ਹੁੰਦਾ ਹੈ, ਉਹਨਾਂ ਦੀ ਹਮੇਸ਼ਾ ਚੜ੍ਹਦੀ ਕਲਾ ਹੁੰਦੀ ਹੈ। ਉਹਨਾਂ ਦੀ ਹਮੇਸ਼ਾ ਚੜ੍ਹਦੀ ਕਲਾ ਹੁੰਦੀ। ਚੜ੍ਹਦੀ ਕਲਾ ਕਿਹਨੂੰ ਕਹਿੰਦੇ? ਕਈ ਸੱਜਣ ਕਹਿੰਦੇ ਢਹਿੰਦੀ ਕਲਾ ਹੈ। ਕਦੇ ਸੁਣਿਆ ਅਜੇ ਤੱਕ ਢਹਿੰਦੀ ਕਲਾ? ਲਫ਼ਜ਼ ਹੀ ਨਹੀਂ। ਢਹਿੰਦੀ ਕਲਾ ਹੈ ਕਿੱਦਾਂ? ਕੋਈ ਕੰਮਕਾਰ ਨਹੀਂ ਬਣਿਆ, ਭਾਈ ਸਾਹਿਬ ਕੀ ਹਾਲ ਚਾਲ ਹੈ? ਉਹ ਛੱਡੋ ਜੀ, ਚੜ੍ਹਦੀ ਕਲਾ ਕਿੱਥੇ? ਢਹਿੰਦੀ ਕਲਾ ਕੰਮ ਤੇ ਬਣ ਨਹੀਂ ਰਿਹਾ। ਤੂੰ ਪੜ੍ਹਿਓ, ਢਹਿੰਦੀ ਕਲਾ ਅੱਖਰ ਹੀ ਨਹੀਂ। ਚੜ੍ਹਦੀ ਕਲਾ। ਕਲਾ ਪਤਾ ਕਿਹਨੂੰ ਕਹਿੰਦੇ? ਹੁਨਰ ਨੂੰ। ਤੁਹਾਡੇ ਸਾਰਿਆਂ ਅੰਦਰ ਕਲਾ ਆ, ਤੁਹਾਡੇ ਸਾਰਿਆਂ ਅੰਦਰ ਹੁਨਰ ਆ ਪਰਮਾਤਮਾ ਤੱਕ ਪਹੁੰਚਣ ਦਾ। ਤੇ ਗੁਰੂ ਸਾਹਿਬਾਨ ਕੀ ਕਹਿੰਦੇ? ਕਹਿੰਦੇ ਜਿਨ੍ਹਾਂ ਦੇ ਅਣਖ ਮੁੱਕ ਜਾਂਦੀ, ਜਿਨ੍ਹਾਂ ਦੀ ਮੈਂ ਮਰ ਜਾਂਦੀ, ਉਹਨਾਂ 'ਚ ਨਾਮ ਟਿਕਦਾ ਹੈ। ਜਿਨ੍ਹਾਂ 'ਚ ਨਾਮ ਟਿਕਦਾ ਹੈ, ਉਹਨਾਂ ਦੀ ਕਲਾ ਚੜ੍ਹਦੀ ਹੋਈ ਜਾਂਦੀ ਹੈ। ਕਹਿੰਦਾ ਉਹਨਾਂ ਦਾ ਹੁਨਰ ਪਰਮਾਤਮਾ ਵਾਲੇ ਪਾਸੇ ਵਾਧਾ ਹੋਈ ਜਾਂਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ। ਇਹਨਾਂ ਦੀ ਚੜ੍ਹਦੀ ਕਲਾ ਤੇਰੇ ਭਾਣੇ 'ਚ ਆ ਜਾਂਦੇ ਆ, ਤੇਰੇ ਹੁਕਮ 'ਚ ਆ ਜਾਂਦੇ ਆ, ਤੇਰੀ ਰਜ਼ਾ 'ਚ ਆ ਜਾਂਦੇ ਆ। ਜਿਹੜੇ ਤੇਰੀ ਰਜ਼ਾ 'ਚ ਆ ਜਾਂਦੇ ਨੇ, ਤੇਰੇ ਭਾਣੇ 'ਚ ਆ ਜਾਂਦੇ ਨੇ, ਉਹਨਾਂ ਦੀ ਬਿਰਤੀ ਤਬਦੀਲ ਹੋ ਜਾਂਦੀ ਹੈ। ਫਿਰ ਉਹ ਮੰਗਦੇ ਨੇ, ਕੀ ਮੰਗਦੇ ਨੇ? ਸਰਬੱਤ ਦਾ ਭਲਾ। ਜਿੰਨਾ ਚਿਰ ਬਿਰਤੀ ਨਾ ਬਣੀ, ਪਹਿਲਾਂ ਅਣਖ ਨਾ ਮਰੀ, ਫਿਰ ਨਾਮ ਟਿਕਿਆ ਨਾ, ਫਿਰ ਤੁਹਾਡੀ ਕਲਾ ਚੜ੍ਹਦੀ ਨਾ ਹੋਈ, ਤੇ ਤੁਸੀਂ ਪਰਮਾਤਮਾ ਦੇ ਭਾਣੇ 'ਚ ਨਹੀਂ ਆਏ, ਤੁਸੀਂ ਸਰਬੱਤ ਦਾ ਭਲਾ ਨਹੀਂ ਮੰਗ ਸਕਦੇ। ਤਾਂ ਮੰਗ ਸਕਦੇ ਆਪਾਂ ਭਲਾ। ਸੋ ਵਿਚਾਰ ਕਰਨੀ ਗੁਰਬਾਣੀ ਦੀ, ਬੜੇ ਪਿਆਰ ਨਾਲ ਵਿਚਾਰ ਕਰਿਆ ਕਰੋ, ਬੜੇ ਪਿਆਰ ਨਾਲ ਪੜ੍ਹਿਆ ਕਰੋ। ਐਵੇਂ ਨਹੀਂ ਕਾਹਲੇ ਪੈ ਜਾਣਾ ਵੀ ਚੱਲ ਠੀਕ ਹੈ ਮੈਂ ਤੇ ਪਾਠ ਹੀ ਕਰਨਾ। ਆਪਾਂ ਪਤਾ ਕਹਿੰਦੇ ਸਿੱਖ ਦੀ ਡਿਊਟੀ ਹੈ ਨਿਤਨੇਮ ਕਰਨਾ। ਸਿੱਖ ਦੀ ਡਿਊਟੀ ਹੈ ਨਿਤਨੇਮ ਕਰਨਾ। ਮੈਂ ਸਵੇਰੇ ਉੱਠਿਆ ਸਾਂ, ਮੈਂ ਸਿੱਖ ਦੀ ਡਿਊਟੀ ਖਤਮ ਹੋ ਗਈ। ਭੁੱਲਿਓ ਨਹੀਂ, ਨਿਤਨੇਮ ਕਰਕੇ, ਪੰਜਾਂ ਬਾਣੀ ਦਾ ਪਾਠ ਕਰਕੇ ਸਿੱਖ ਦੀ ਡਿਊਟੀ ਸ਼ੁਰੂ ਹੋਈ। ਪੰਜਾਂ ਬਾਣੀ ਦਾ ਪਾਠ ਕਰਕੇ ਤੇ ਮੈਂ ਸਿੱਖਿਆ ਕੁਛ, ਹੁਣ ਮੈਂ ਕਰਨਾ ਹੈ ਕੁਛ। ਤੇ ਜੇ ਮੈਂ ਕੀਤਾ ਹੀ ਕੁਛ ਨਹੀਂ ਤੇ ਮੈਂ ਸਿੱਖ ਕਾਹਦਾ? ਸਿੱਖਿਆ ਕੀ? ਮੈਂ ਕੁਛ ਨਹੀਂ ਸਿੱਖਿਆ। ਸੋ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਭੋਲਿਆ ਮਨਾ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਕਹਿੰਦਾ ਜਿੰਨੇ ਔਗਣ ਕਰਦਾ ਹੈ, ਕਹਿੰਦਾ ਆਪਾਂ ਮਾੜੀ ਵਿਚਾਰ ਅੰਦਰ ਰੱਖਦਾ ਹੈ, ਤੂੰ ਜਿੰਨੀ ਮਾੜੀ ਵਿਚਾਰ ਅੰਦਰ ਰੱਖਦਾ, ਗੁਰੂ ਦੇ ਸ਼ਬਦ ਦੀ ਵਿਚਾਰ ਅੰਦਰ ਪੈਦਾ ਨਹੀਂ ਕਰਦਾ, ਕਹਿੰਦਾ ਉਹ ਔਗਣ ਹੈ। ਬੇਸ਼ੱਕ ਤੁਸੀਂ ਪਾਠ ਕਰਦੇ ਪਏ ਹੋ, ਪਰ ਤੁਹਾਡੇ ਹਿਰਦੇ 'ਚ ਗੁਰਬਾਣੀ ਦੇ ਪ੍ਰਤੀ ਪਿਆਰ ਨਹੀਂ ਹੈ, ਤੁਹਾਡੇ ਹਿਰਦੇ ਵਿੱਚ ਪਰਮਾਤਮਾ ਨਾਲ ਪਿਆਰ ਨਹੀਂ ਹੈ, ਤੁਹਾਡੇ ਹਿਰਦੇ 'ਚ ਪਰਮਾਤਮਾ ਦੀ ਯਾਦ ਨਹੀਂ ਹੈ। ਤੇ ਯਾਦ ਰਿਓ, ਭਾਵੇਂ ਗੁਰੂ ਘਰ ਬੈਠੇ ਹੋ, ਕੋਈ ਏਡੀ ਵੱਡੀ ਗੱਲ ਨਹੀਂ, ਪਰ ਫਿਰ ਵੀ ਔਗਣ ਕਰ ਰਿਹਾ, ਕਿਉਂਕਿ ਵਿਚਾਰ ਨਹੀਂ ਬਣਦੀ ਪਈ। ਸਾਡੀ ਸੁਰਤ ਗੁਰੂ ਗ੍ਰੰਥ ਸਾਹਿਬ ਦੇ ਚੰਨਾਂ ਨਾਲ ਜੁੜਦੀ ਨਹੀਂ ਪਈ। ਔਗਣ ਹੈ, ਔਗਣ। ਇਹੀ ਸਾਡੇ ਮਨ ਦੇ ਵਿਚਾਰ ਸਾਡੀ ਜੰਜੀਰ ਬਣ ਜਾਂਦੀ, ਫਾਹੀ ਬਣ ਜਾਂਦੀ, ਸਾਡੇ ਗਲ 'ਚ ਫਾਹੀ ਪੈ ਜਾਂਦੀ, ਸਾਨੂੰ ਜੰਮਣ ਮਨ ਦੇ ਗੇੜ 'ਚ ਪਾ ਦਿੰਦੀ। ਜਦੋਂ ਸਾਡੀ ਵਿਚਾਰ, ਸਾਡੇ ਅੰਦਰ ਦੀ ਬਿਰਤੀ ਗੁਰੂ ਗ੍ਰੰਥ ਸਾਹਿਬ ਦੇ ਚੰਨਾਂ ਨਾਲ ਮੈਚ ਨਹੀਂ ਕਰਦੀ, ਸਾਡੇ ਵਿਚਾਰ ਗੁਰੂ ਨਾਲ ਮੈਚ ਨਹੀਂ ਕਰਦੇ। ਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਭੋਲਿਆ ਮਨਾ, ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ। ਆਪ ਜੀ 1247 ਅੰਗ ਦੇ ਉੱਤੇ ਪੜ੍ਹਿਓ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਾਤਸ਼ਾਹ ਕੀ ਕਹਿੰਦੇ? ਤੀਜੇ ਪਾਤਸ਼ਾਹ ਕਹਿੰਦੇ ਜਿਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਹੰਕਾਰ। ਜਿਚਰ ਇਹ ਮਨ ਲਹਿਰੀ ਵਿੱਚ ਹੈ, ਕਹਿੰਦੇ ਜਿੰਨਾ ਚਿਰ ਤੇਰਾ ਇਹ ਮਨ ਜਿਹੜਾ ਹੈ ਲਹਿਰਾਂ 'ਚ। ਲਹਿਰਾਂ ਦਾ ਮਤਲਬ ਕੀ ਹੈ? ਉਛਾਲੇ ਮਾਰਦਾ,
जिन्ना चिर ਜਿਹੜਾ ਹੈ ਬੇਸ਼ੱਕ ਤੂੰ ਗੁਰੂ ਚਰਨਾਂ 'ਚ ਬੈਠਾ ਹੈ, ਪਾਠ ਕਰਦਾ ਹੈ, ਪਰ ਤੇਰਾ ਮਨ ਉਛਾਲੇ ਮਾਰਦਾ ਹੈ, ਕਦੀ ਸੰਸਾਰ ਦੀ ਕਿਸੇ ਗੱਲ ਸੋਚਦਾ, ਕਦੀ ਕੋਈ ਗੱਲ ਸੋਚਦਾ, ਮਨ 'ਚ ਵਿਚਾਰ ਪੈਦਾ ਹੁੰਦੇ ਨੇ। ਕਹਿੰਦਾ ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਹੰਕਾਰ। ਕਹਿੰਦੇ ਉਹਨਾਂ ਚਿਰ ਨਾ ਇਸ ਮਨ ਨੂੰ ਹਉਮੈ ਬੜੀ ਹੈ ਤੇ ਹੰਕਾਰੀ ਹੈ। ਕੀ ਹੰਕਾਰੀ ਹੈ? ਮੈਂ ਸਵੇਰੇ 1 ਵਜੇ ਉੱਠਿਆ, ਮੈਂ ਤਾਂ ਨਿਤਨੇਮ ਕਰ ਲਿਆ, ਮੈਂ ਤਾਂ ਗੁਰੂ ਘਰ ਗਿਆ, ਮੱਥਾ ਟੇਕ ਆਇਆ। ਮਨ ਲਹਿਰਾਂ 'ਚ ਹੀ ਹੈ, ਮਨ ਸੰਸਾਰ ਦੇ ਪਦਾਰਥਾਂ 'ਚ ਹੀ ਹੈ, ਮਨ ਸੰਸਾਰੀ ਵਿਚਾਰਾਂ ਵਿੱਚ। ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਹੰਕਾਰ। ਅਗਲੀ ਪੰਕਤੀ ਪੜ੍ਹਿਓ, ਸ਼ਬਦ ਦੇ ਸਾਧ ਨਾ ਆਵੇ, ਨਾਮ ਨਾ ਲੱਗੇ ਪਿਆਰ। ਗੁਰੂ ਸਾਹਿਬਾਨ ਕਹਿਣ ਲੱਗੇ ਜਿੰਨਾ ਚਿਰ ਮਨ ਜਿਹੜਾ ਹੈ ਉਛਾਲੇ ਮਾਰਦਾ ਹੈ, ਮਨ 'ਚ ਵਿਚਾਰ ਪੈਦਾ ਹੁੰਦੇ ਨੇ, ਮਨ 'ਚ ਮਾੜੇ ਖਿਆਲ ਪੈਦਾ ਹੁੰਦੇ ਨੇ, ਮਨ 'ਚ ਸੰਸਾਰ ਦੀ ਖਿੱਚ ਪੈਦਾ ਹੁੰਦੀ ਹੈ, ਗੁਰੂ ਚਰਨਾਂ 'ਚ ਬੈਠ ਕੇ ਵੀ, ਬਾਣੀ ਪੜ੍ਹ ਕੇ ਵੀ, ਸਿਮਰਨ ਕਰਕੇ ਵੀ। ਕਹਿੰਦਾ ਸ਼ਬਦ ਦੇ ਸਾਧ ਨਾ ਆਵੇ। ਕਹਿੰਦੇ ਉਹਨਾਂ ਚਿਰ ਸ਼ਬਦ ਕੀ ਹੈ? ਗੁਰਬਾਣੀ, ਉਪਦੇਸ਼। ਕਹਿੰਦਾ ਜਿੰਨੇ ਮਰਜ਼ੀ ਪਾਠ ਕਰ ਲਵੇ, ਇਹਨੂੰ ਗੁਰਬਾਣੀ ਦਾ ਸਵਾਦ ਨਹੀਂ ਆਉਂਦਾ, ਇਹਨੂੰ ਉਪਦੇਸ਼ ਦਾ ਸਵਾਦ ਨਹੀਂ ਆਉਂਦਾ। ਸ਼ਬਦ ਦੇ ਸਾਧ ਨਾ ਆਵੇ। ਪਹਿਲਾਂ ਸ਼ਬਦ ਦਾ ਸਵਾਦ ਆਉਂਦਾ ਹੈ, ਪਹਿਲਾਂ ਗੁਰਬਾਣੀ ਦਾ ਸਵਾਦ ਆਉਂਦਾ ਹੈ, ਪਹਿਲਾਂ ਗੁਰਬਾਣੀ ਦੀ ਸੋਝੀ ਲੱਗਦੀ ਹੈ, ਪਹਿਲਾਂ ਗੁਰਬਾਣੀ ਦੀ ਸਮਝ ਲੱਗਦੀ ਹੈ, ਪਹਿਲਾਂ ਗੁਰਬਾਣੀ ਦਾ ਸਵਾਦ ਚੱਖਣਾ ਆਪਾਂ, ਪਹਿਲਾਂ ਗੁਰਬਾਣੀ ਦੀ ਵਿਚਾਰ ਕਰਨੀ ਆਪਾਂ, ਸ਼ਬਦ ਦੀ ਵਿਚਾਰ ਕਰਨੀ ਆਪਾਂ। ਗੁਰਬਾਣੀ ਦੀ ਜਦੋਂ ਤੁਸੀਂ ਵਿਚਾਰ ਕਰਦੇ ਹੋ, ਗੁਰਬਾਣੀ ਪੜ੍ਹਦੇ ਹੋ, ਫਿਰ ਤੁਹਾਡੀ ਸੁੱਤ ਸ਼ਬਦ ਨਾਲ ਜੁੜਦੀ ਹੈ। ਦੇਖੋ ਦੋਨੋਂ ਚੀਜ਼ਾਂ ਲਿਖੀਆਂ, ਸ਼ਬਦ ਦੇ ਸਾਧ ਨਾ ਆਵੇ। ਕਹਿੰਦੇ ਇਹੋ ਜਿਹੇ ਬੰਦਿਆਂ ਨੂੰ ਜਿਨ੍ਹਾਂ ਦਾ ਮਨ ਭਟਕਦਾ ਹੈ, ਜਿਹਦੇ ਮਨ 'ਚ ਵਿਚਾਰ ਪੈਦਾ ਹੁੰਦੇ, ਉਹਨਾਂ ਨੂੰ ਗੁਰਬਾਣੀ ਦਾ ਸਵਾਦ ਨਹੀਂ ਆਉਂਦਾ, ਉਹਨਾਂ ਨੂੰ ਸ਼ਬਦ ਦਾ ਉਪਦੇਸ਼ ਦਾ ਸਵਾਦ ਨਹੀਂ ਆਉਂਦਾ। ਹੁਣ ਅੱਗੇ ਦੇਖੋ ਕੀ ਲਿਖਿਆ, ਨਾਮ ਨਾ ਲੱਗੇ ਪਿਆਰ। ਕਹਿੰਦੇ ਜਿੰਨੇ ਮਰਜ਼ੀ ਪਾਠ ਕਰ ਲੈਣ, ਜਿੰਨੇ ਮਰਜ਼ੀ ਗੁਰੂ ਘਰ ਚੱਲ ਜਾਣ, ਇਹਨਾਂ ਦੀ ਅੰਦਰੋਂ ਪ੍ਰੀਤੀ ਨਾਮ ਨਾਲ ਨਹੀਂ ਬਣਦੀ, ਸ਼ਬਦ ਨਾਲ ਪ੍ਰੀਤੀ ਨਹੀਂ ਬਣਦੀ। ਹੁਣ ਧਿਆਨ ਦਿਓ, ਆਪਾਂ ਗੁਰਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਅਸੀਂ ਬਾਣੀ ਪੜ੍ਹੀ ਕਦ ਲਈ? ਆਪਾਂ ਪਾਠ ਕੀਤਾ ਕਦ ਲਈ? ਆਪਾਂ ਧੰਨ ਗੁਰੂ ਗ੍ਰੰਥ ਦਾ ਪੱਲਾ ਪਕੜਿਆ ਹੈ ਕਿ ਗੁਰੂ ਗ੍ਰੰਥ ਚਰਨਾਂ ਵਿੱਚ ਬੈਠ ਕੇ ਨਾਮ ਦੀ ਸੋਝੀ ਆ ਜਾਵੇ, ਸ਼ਬਦ ਦੀ ਸੋਝੀ ਆ ਜਾਵੇ। ਕਿਸ ਸ਼ਬਦ ਦੀ? ਉਸ ਸ਼ਬਦ ਦੀ ਸੋਝੀ ਆ ਜਾਵੇ ਜਿਸ ਸ਼ਬਦ ਦੇ ਨਾਲ ਜਨਮਾਂ ਜਨਮਾਂ ਦੀ ਮੇਰੇ ਮਨ ਨੂੰ ਮੈਲ ਚੜੀ, ਮੈਂ ਧੋਣੀ ਹੈ। ਜਨਮਾਂ ਜਨਮਾਂ ਦੀ ਮੇਰੇ ਮਨ ਨੂੰ ਮੈਲ ਚੜੀ ਹੈ, ਮੈਂ ਧੋਣੀ ਹੈ। ਉਹ ਗੁਰੂ ਦੇ ਸ਼ਬਦ ਨਾਲ ਧੋਣੀ ਹੈ। ਜਿਹੜਾ ਆਪਾਂ ਪੰਜਾਂ ਪਿਆਰਿਆਂ ਕੋਲ ਸ਼ਬਦ ਦੀ ਦਾਤ ਲੈਂਦੇ ਨਾ, ਉਹ ਜ਼ਿਆਦਾ ਅੱਖਰ ਨਹੀਂ ਹੈ। ਕੀ ਕਹਿੰਦੇ ਗੁਰੂ ਸਾਹਿਬ ਨੇ? ਕਹਿੰਦੇ ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ, ਬਹੁੜ ਜਨਮ ਨਾਮਾ। ਇੱਕ ਸ਼ਬਦ ਦੀ ਖੇਡ ਹੈ ਸਾਰੀ। ਉਹ ਇੱਕ ਸ਼ਬਦ ਦੀ ਸੋਝੀ ਲੈਣੀ 1430 ਅੰਗ ਦੇ ਵਿੱਚੋਂ ਇੱਕ ਸ਼ਬਦ ਦੀ। ਪਰ ਸਦਕੇ ਜਾਵਾਂ, ਗੁਰੂ ਗ੍ਰੰਥ ਸਾਹਿਬ ਪੂਰਾ ਪੜ੍ਹ ਗਿਆ, ਗੁਰੂ ਗ੍ਰੰਥ ਸਾਹਿਬ ਪੂਰਾ ਪੜ੍ਹ ਗਿਆ। 1430 ਅੰਗ ਪੜ੍ਹ ਕੇ ਭੋਗ ਪਾ ਦਿੱਤਾ, ਸਹਿਜ ਪਾਠ ਦਾ ਭੋਗ ਪਾਤਾ। ਪਰ ਸਦਕੇ ਜਾਵਾਂ, ਸ਼ਬਦ ਦੀ ਸੋਝੀ ਨਹੀਂ ਹੋਈ, ਸ਼ਬਦ ਦੀ ਸੋਝੀ ਅਜੇ ਨਹੀਂ ਹੋਈ। ਸ਼ਬਦ ਦੀ ਸੋਝੀ ਤੋਂ ਦੂਰ ਬੈਠਾ ਹੈ। ਜੇ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਸਹਿਜ ਪਾਠ ਦਾ ਭੋਗ ਪਾ ਲਿਆ? ਕਹਿੰਦਾ ਪਾ ਲਿਆ। ਸ਼ਬਦ ਦੀ ਸੋਝੀ ਆ ਗਈ, ਨਾਮ ਸਿਮਰਨ ਸ਼ੁਰੂ ਕੀਤਾ ਜੀ, ਤੇ ਕਹਿੰਦਾ ਪਿੱਛੇ ਕੀ ਰਹਿ ਗਿਆ? ਹੁਣ ਮੈਂ ਤਾਂ ਸਹਿਜ ਪਾਠ ਦਾ ਭੋਗ ਪਾਤਾ, ਹੁਣ ਪਿੱਛੇ ਕੀ ਰਹਿ ਗਿਆ? ਉਹ ਭੋਲਿਆ, ਕਿਤੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ 1430 ਅੰਗ ਨੇ, 1430 ਅੰਗ ਨੇ। 1430 ਅੰਗ ਦਾ ਨਿਚੋੜ ਕੀ ਹੈ? 1430 ਅੰਗ ਦਾ ਨਿਚੋੜ ਕੀ ਹੈ? ਧਿਆਨ ਨਾਲ ਪੜ੍ਹਿਓ ਕੀ ਲਿਖਿਆ। ਸ਼ਬਦੇ ਕਾ ਨਵੇੜਾ ਸੁਣ ਤੂੰ ਉਦੋਂ। ਸ਼ਬਦ ਕਾ ਨਵੇੜਾ, ਨਵੇੜਾ ਕਿਹਨੂੰ ਕਹਿੰਦੇ? ਨਿਚੋੜ। ਕਹਿੰਦੇ ਪੂਰੇ ਗੁਰੂ ਗ੍ਰੰਥ ਦਾ ਨਿਚੋੜ ਸੁਣ ਲੈ। ਉਦੋਂ, ਉਦੋਂ ਕਿਹਨੂੰ ਕਹਿੰਦੇ? ਮਨ ਨੂੰ। ਕਹਿੰਦੇ ਮਨਾ, ਇਸ ਪੂਰੇ ਗੁਰੂ ਗ੍ਰੰਥ ਦਾ ਨਿਚੋੜ ਸੁਣ ਲੈ। ਅੱਛਾ ਕੀ ਹੈ? ਕਹਿੰਦੇ ਬਿਨ ਨਾਮੇ ਜੋਗ ਨਾ ਹੋਈ। ਕਹਿੰਦੇ ਬਿਨਾਂ ਨਾਮ ਦੇ ਤੇਰੀ ਆਤਮਾ ਪਰਮਾਤਮਾ ਵਿੱਚ ਲੀਨ ਹੋਣ ਦੇ ਯੋਗ ਨਹੀਂ ਹੋ ਸਕਦੀ, ਪਰਮਾਤਮਾ 'ਚ ਲੀਨ ਨਹੀਂ ਹੋ ਸਕਦੀ, ਪਰਮਾਤਮਾ ਨਾਲ ਇੱਕ ਮਿੱਕ ਨਹੀਂ ਹੋ ਸਕਦੀ ਜੇ ਤੂੰ ਨਾਮ ਸਿਮਰਨ ਨਹੀਂ ਕਰਦਾ। ਅਸੀਂ ਵਿਚਾਰਿਆ ਹੀ ਨਹੀਂ। ਤਾਂ ਗੁਰੂ ਸਾਹਿਬਾਨ ਨੇ ਕਿਹਾ, ਕਹਿੰਦੇ ਕਿ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਹੰਕਾਰ, ਸ਼ਬਦ ਦੇ ਸਾਧ ਨਾ ਆਵੇ। ਕਹਿੰਦੇ ਭੋਲਿਆ, ਜਿੰਨਾ ਚਿਰ ਇਹ ਜਿਹੜਾ ਮਨ ਤੇਰਾ ਹੈ ਇਹ ਲਹਿਰਾਂ 'ਚ ਉਛਾਲੇ ਮਾਰਦਾ ਹੈ, ਗੁਰੂ ਚਰਨਾਂ ਵਿੱਚ ਬੈਠਾ ਪਾਠ ਕਰਦਾ ਵੀ ਮਨ ਉਛਾਲੇ ਮਾਰਦਾ ਹੈ, ਮਨ 'ਚ ਵਿਚਾਰ ਪੈਦਾ ਹੋਣ ਡੇ ਨੇ, ਸਿਮਰਨ ਕਰਦਿਆਂ ਵੀ ਵਿਚਾਰ ਪੈਦਾ ਹੋਣ ਡੇ ਨੇ। ਤਾਂ ਇਹ ਗੁਰੂ ਸਾਹਿਬਾਨ ਨੇ ਕਿਹਾ, ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਕਹਿੰਦਾ ਰਾਮ ਰਾਮ, ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ, ਸੁਹੰਗ ਸੁਹੰਗ ਦੁਨੀਆ ਕਰਦੀ ਹੈ, ਪਰ ਰਾਮ ਦੀ ਪ੍ਰਾਪਤੀ ਨਹੀਂ ਹੁੰਦੀ। ਕਿਹੜੀ ਗੱਲੋਂ? ਅੰਦਰ ਵਿਚਾਰ ਚੱਲਦੇ ਆ, ਮਨ ਉਛਾਲੇ ਮਾਰਦਾ ਹੈ, ਅੰਦਰ ਵਿਚਾਰ ਚੱਲਦੇ ਨੇ, ਬਿਰਤੀ ਟਿਕਦੀ ਨਹੀਂ ਹੈ, ਸੁਰਤ ਟਿਕਦੀ ਨਹੀਂ ਹੈ। ਤੇ ਜਿੰਨਾ ਚਿਰ ਸੁਰਤ ਟਿਕਦੀ ਨਹੀਂ ਹੈ, ਭੋਲਿਆ ਖੱਟਣਾ ਕੀ ਹੈ ਤੂੰ? ਖੱਟਣਾ ਕੀ ਹੈ?
ਜ਼ਿੰਦਗੀ 'ਚ ਵਿਚਾਰ ਕਰਨੀ ਹਰ ਇੱਕ ਚੀਜ਼ ਦੀ। ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਸ਼ਬਦੇ ਸਾਧ ਨ ਆਵਈ ਨਾਮ ਨਾ ਲੱਗੇ ਪਿਆਰ। ਅੱਗੇ ਦੇਖੋ ਕੀ ਕਹਿੰਦੇ ਜੀ, ਕਹਿੰਦੇ ਸੇਵਾ ਥਾਏ ਨਾ ਪਵੇ ਤਿਸ ਕੀ, ਸੇਵਾ ਥਾਏ ਨਾ ਪਵੇ ਤਿਸ ਕੀ, ਖੱਪ ਖੱਪ ਹੋਏ ਖੁਆਰ। ਦੇਖੋ ਗੁਰੂ ਸਾਹਿਬਾਨ ਕਹਿੰਦੇ ਸੇਵਾ ਥਾਏ ਨਾ ਪਵੇ ਤਿਸ ਕੀ, ਕਹਿੰਦਾ ਉਹ ਪੁਰਾਣੀ ਜਿੰਨੀ ਮਰਜ਼ੀ ਸੇਵਾ ਕਰ ਲਵੇ, ਗੁਰੂ ਘਰ ਜਾਵੇ, ਮੱਥੇ ਟੇਕੇ, ਗੁਰੂ ਦੇ ਮਾਰਗ ਤੇ ਕਵੇ ਲੋਕਾਂ ਨੂੰ ਮੈਂ ਚੱਲ ਪਿਆ, ਗੁਰੂ ਦੇ ਮਾਰਗ ਤੇ ਚੱਲ ਪਿਆ, ਮੈਂ ਗੁਰੂ ਦੇ ਮਾਰਗ ਤੇ ਚੱਲ ਪਿਆ। ਕਹਿੰਦੇ ਜਿੰਨੀ ਸੇਵਾ ਕੀਤੀ ਆ, ਸੇਵਾ ਥਾਏ ਨਾ ਪਵੇ ਤਿਸ ਕੀ, ਕਹਿੰਦੇ ਉਹਦੀ ਕੋਈ ਵੀ ਸੇਵਾ ਲੇਖੇ 'ਚ ਨਹੀਂ ਪੈਂਦੀ, ਦਰਗਾਹ 'ਚ ਕਬੂਲ ਨਹੀਂ ਹੁੰਦੀ, ਕਬੂਲ ਨਹੀਂ ਹੁੰਦੀ। ਸੇਵਾ ਥਾਏ ਨਾ ਪਵੇ ਤਿਸ ਕੀ, ਖੱਪ ਖੱਪ ਹੋਏ ਖੁਆਰ। ਕਹਿੰਦੇ ਜਿਹੜਾ ਬੰਦਾ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ ਤੇ ਵਿਚਾਰ ਕਰਕੇ ਨਾਮ ਨਾਲ ਪਿਆਰ ਨਹੀਂ ਬਣਦਾ, ਸੁੱਤ ਸ਼ਬਦ ਦਾ ਮਿਲਾਪ ਨਹੀਂ ਹੁੰਦਾ, ਗੁਰੂ ਸਾਹਿਬਾਨ ਕਹਿੰਦੇ ਪਤਾ ਰਹਿੰਦਾ, ਖੱਜਲ ਖੁਆਰ ਬੜਾ ਹੁੰਦਾ ਹੈ, ਪਰ ਉਹਦੀ ਸੇਵਾ ਲੇਖੇ 'ਚ ਨਹੀਂ ਪੈਂਦੀ, ਉਹਦਾ ਗੁਰੂ ਘਰ ਆਉਣਾ ਵੀ ਦਰਗਾਹ 'ਚ ਕਬੂਲ ਨਹੀਂ ਹੁੰਦਾ। ਦੇਖੋ